ਹੁਣ ਤੇ ਕੱਟੇ ਵੀ ਉਦਾਸ ਹੋ ਗਏ ਨੇ ਸਾਡੇ ਇਸ ਟੈਨਸ਼ਨ 'ਚ ਕਿ ਮਾਲਕਾਂ ਨੇ ਕੱਲ੍ਹ ਦਾ ਇਹਨਾਂ ਨੂੰ ਕਿਹਾ ਤੁਸੀਂ ਗੋਇਆ ਕੀਤਾ, ਤੁਹਾਡੀ ਖੈਰ ਕੋਈ ਨਹੀਂ ਹੈ। ਦੇਖ ਲਓ ਹਰ ਕੱਟਾ ਹੀ ਜੁਗਾਲੀ ਤੋਂ ਬਗੈਰ ਮੂੰਹ ਥੱਲੇ ਸੁੱਟ ਕੇ ਉਦਾਸ ਹੋ ਕੇ ਬੈਠਾ ਵਾ। ਦੱਸੋ ਅਗਰ ਤੁਸੀਂ ਅੱਜ ਆਪਣੇ ਹੱਕ ਵਾਸਤੇ ਨਾ ਬੋਲੇ ਨਾ ਕਿ ਜਾਨਵਰ ਦੇ ਗੋਬਰ ਦੇ ਟੈਕਸ ਵਾਲਾ ਕੀ ਕਨਸੈਪਟ ਹੈ, ਨਹੀਂ ਸਮਝ ਆਉਂਦੀ। ਅਗਰ ਤੁਸੀਂ ਇਹਦੇ ਉੱਤੇ ਅੱਜ ਨਾ ਗੱਲ ਕੀਤੀ ਤਾਂ ਫਿਰ ਇਹ ਸਮਝ ਲਓ ਕਿ ਕੱਲ੍ਹ ਇਹਨਾਂ ਦੇ ਪਿਸ਼ਾਬ 'ਤੇ ਵੀ ਟੈਕਸ ਲੱਗਣਾ ਹੈ, ਇਹਨਾਂ ਦੇ ਪਾਣੀ 'ਤੇ ਵੀ ਟੈਕਸ ਲੱਗਣਾ ਹੈ। ਇਹ ਜਾਨਵਰ ਖਰੀਦਣ ਦੇ ਤੇ ਅੱਗੇ ਮੰਡੀਆਂ ਦੇ ਵਿੱਚ ਟੈਕਸ ਹੈ, ਇਹਨਾਂ ਦੇ ਹੋਰ ਬਹੁਤ ਸਾਰੇ ਟੈਕਸ ਲੱਗ ਜਾਣੇ ਨੇ। ਇਹ ਤੁਸੀਂ ਉਹਨਾਂ ਨੂੰ ਗੌਰਮੈਂਟ ਹੋ ਸਕਦਾ ਕੱਲ੍ਹ ਨੂੰ ਇਹ ਤੁਹਾਨੂੰ ਕਹਿ ਦੇਵੇ ਕਿ ਜਨਾਬ ਜ਼ਿਬਾ ਵੀ ਨਹੀਂ ਕਰਨਾ, ਜ਼ਿਬਾ ਕਰਨ 'ਤੇ ਵੀ ਟੈਕਸ ਲੱਗ ਗਿਆ ਵਾ। ਇਸ ਕਰਕੇ ਕੋਸ਼ਿਸ਼ ਕਰੋ ਅੱਜ ਆਵਾਜ਼ ਉਠਾਓ ਇਹਨਾਂ ਚੀਜ਼ਾਂ ਦੇ ਉੱਤੇ। ਮੈਨੂੰ ਬਹੁਤ ਸਾਰੇ ਦੋਸਤਾਂ ਨੇ ਪਰਸਨਲ फ़ोन ਕਰਕੇ ਪੁੱਛਿਆ ਕਿ ਜੀ ਡਾਕਟਰ ਸਾਹਿਬ ਆ ਕੇ ਆਪ ਗੋਬਰ ਚੱਕ ਕੇ ਖੜਨਗੇ। ਉਹ ਜਨਾਬ ਗੋਬਰ ਕਿੱਦਾਂ ਖੜਨਗੇ? ਉਹ ਆਉਣਗੇ, ਗੋਬਰ ਤੁਹਾਡੇ ਕੋਲ ਕੀਤਾ ਹੋਏਗਾ ਜਾਨਵਰ ਨੇ, ਉਸੇ ਟਾਈਮ ਚੁੱਕਣਗੇ, ਥੱਲੇ ਫਰਸ਼ ਧੋਣਗੇ, ਐਂਟੀਸੈਪਟਿਕ ਥੱਲੇ ਸੁੱਟਣਗੇ। ਉਸ ਤੋਂ ਬਾਅਦ ਜਨਾਬ ਇੰਨੀ ਤੁਹਾਡੇ ਸਾਫ਼ ਸਫਾਈ ਕਰਨਗੇ, ਝਾੜੂ ਵਾਲਾ ਬੰਦਾ ਤੁਹਾਨੂੰ ਦੇਣਗੇ, ਫਿਰ ਉਸ ਤੋਂ ਬਾਅਦ ਗੋਬਰ ਲੈ ਕੇ ਜਾਣਗੇ। 30 ਰੁਪਏ ਦੇਣ 'ਚ ਕਿਹੜਾ ਮਸਲਾ ਹੈ ਕੋਈ? ਤੁਸੀਂ ਇਹ ਛੋਟੀ ਜਿਹੀ ਚੀਜ਼ ਸਮਝਦੇ ਹੋ, ਇਹ ਬਹੁਤ ਵੱਡਾ ਕੰਮ ਹੋਣ ਜਾ ਰਿਹਾ ਹੈ। ਇਸ ਕਰਕੇ ਕੋਸ਼ਿਸ਼ ਕਰੋ ਕਿ ਜਾਂ ਤਾਂ ਹੋਵੇ ਕਿ ਇਹਨਾਂ ਚੀਜ਼ਾਂ ਦਾ फ़ायदा ਸਾਨੂੰ ਕੱਲ੍ਹ ਨੂੰ ਮਿਲਣਾ ਹੋਏ ਕਿ ਸਾਡੇ ਕੋਲੋਂ ਗੋਬਰ ਇਹਨਾਂ ਨੇ ਕਲੈਕਟ ਕੀਤਾ, ਸਾਡੇ ਕੋਲ ਪੈਸੇ ਇਹਨਾਂ ਨੇ ਕਲੈਕਟ ਕੀਤੇ ਨੇ, ਉਸ ਕਲੈਕਸ਼ਨ ਦੇ ਪਿੱਛੇ ਸਾਨੂੰ ਕੋਈ ਬੈਨੀਫਿਟ ਦੇਣ। ਜੇ ਸਾਡਾ ਜਨਾਬ ਬੈਨੀਫਿਟ ਕੋਈ ਨਹੀਂ ਹੈ, ਸਾਡਾ ਹੁਣ ਜੱਟ ਜ਼ਿਮੀਂਦਾਰ ਵਾਲਾ ਕੰਮ ਹੈ ਮਾਹੌਲ। ਅਸੀਂ ਆਪਣੇ ਜਾਨਵਰਾਂ ਦਾ ਗੋਹਾ ਚੁੱਕਦੇ ਆਪਣੀਆਂ ਫਸਲਾਂ 'ਚ ਸੁੱਟਦੇ ਹਾਂ, ਚਲੋ ਖਾਦ ਘੱਟ ਪਾਣੀ ਪੈਂਦੀ ਹੈ, ਫਸਲਾਂ ਜਿਹੜੀਆਂ ਨੇ ਜਾਨਦਾਰ ਇਹਦੇ ਨਾਲ ਜ਼ਿਆਦਾ ਹੋ ਜਾਂਦੀਆਂ ਨੇ। ਅਗਰ ਸਾਡੀਆਂ ਫਸਲਾਂ ਦੀ ਤੁਸੀਂ ਸਮਝ ਲਓ ਖਾਦ ਹੀ ਲੈ ਚੱਲੇ ਹੋ ਸਾਡੇ ਕੋਲੋਂ, ਤੇ ਅਸੀਂ ਕੀ ਕਰਨਾ? ਇਸ ਕਰਕੇ ਕੋਸ਼ਿਸ਼ ਕਰੋ ਸਾਰੇ ਭਾਈ ਅੱਜ ਇਸ 'ਤੇ ਆਵਾਜ਼ ਉਠਾਓ ਤਾਂ ਕਿ ਕੱਲ੍ਹ ਨੂੰ ਤੁਹਾਨੂੰ ਮਜ਼ੀਦ ਵੱਡੇ ਮਸਲਿਆਂ 'ਚ ਨਾ ਪੈਣਾ ਪਵੇ।